जुग अटल तख्त चवर छत्र दे मालक गुरता गद्दी ते सुभाए महान बाणी गुरु शब्द गुरु धन 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 सतगुरु साहिब श्री गुरु ग्रंथ साहिब सच्चे पातशाह जी की पावन हजूरी अंदर पहुंची हुई गुरु रूप गुरु सवारी साध संगत जीओ, आओ सारियां संगतां गुरु पातशाह जी के चरनां विच सीस धर के रसना द्वारा फतेह की सांझ पाइए। कोई भी रसना बांधी ना रहे, सारे प्यार नाल बुलाओ जी। वाहिगुरु जी का खालसा वाहिगुरु जी की फतेह। साहिब जी की अपार कृपा सदका पिछले 4 दिनों तो लैके गुरुद्वारा सिख संगत करंगा दियां समूह संगतां वल्लों धन गुरु ग्रंथ साहिब सच्चे पातशाह जी के चरनां दा आसरा तक के आप संगतां दे नाल मिल के सेवा कमाउण वास्ते गुरु पातशाह जी की सिक्ख्या नूं सिख के हिरदे विच वसाउण वास्ते ये विशेष गुरमत समागम रात्रि दे दीवाना दे रूप विच उलीके गए सन। सतगुरु सच्चे पातशाह जी ने अज फिर कृपा की है, सानू दिलों प्यार की खिच पा के अपने चरना दे विच बुलाया। आओ विचार की आरंभता तो पहला जिन्नियां भी संगतां शरीरक तौर ते हाजिर होईयां, सरबत संगतां नूं बेनती है सुरत की हाजरी लवाओ। झोलियां फैला के गुरु पातशाह जी के चरनां दे विचों नाम की खैर मंगदियां होया सारी संगत उच्चारण करो जी। सतनाम श्री वाहिगुरु। मनुखा जन्म एक अवसर मिलिया परमात्मा की प्राप्ति करने वास्ते। धन गुरु ग्रंथ साहिब सच्चे पातशाह जी की बाणी नूं पढ़ के विचारिया, ये उपदेश सानू प्राप्त हुंदा है। यही तेरा अवसर, ये तेरी वार, घट भीतर तू देख विचार। पता नहीं किन्ने को जन्म भटकण तो बाद ये तेनू मौका अवसर प्राप्त होया। तू अपने हिरदे विच गंभीरता की बिरती नाल इस गल की विचार कर, मनुखा जन्म की सफलता किवें हो सकती है। जेड़े संसार तो मुख उजला लैके गए, जिन्हां दी बाबत गुरु पातशाह जी ने वचन कर दिते, जिन्नी नाम ते आया गए मसकत काल, नानक ते मुख उजले केती छुट्टी नाल। इहो जे महापुरख गुरु नानक दे घर दे कुतबी सितारे धन धन बाबा बुढ़ा साहब जी दे पावन पवित्र जीवन संबंधी पिछले 4 दिनों तो लैके आप जी ने साहिबां दी गोद विच बैठ के विचारां श्रवण कीतियां।
ਆਓ ਵਿਚਾਰ ਦੀ ਲੜੀ ਨੂੰ ਅੱਗੇ ਤੋਰਨ ਤੋਂ ਪਹਿਲਾਂ ਜਿਨ੍ਹਾਂ ਬਚਨਾਂ ਦਾ ਕੀਰਤਨ ਅੱਜ ਸਾਨੂੰ ਸਾਰਿਆਂ ਨੂੰ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਬੋਲ ਉਹਨਾਂ ਦੀ ਵਿਚਾਰ ਸਾਹਿਬ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਜੋਗੜੀ ਕਰਕੇ ਮੰਗ ਲਈ। ਸਾਡੇ ਘਰ ਵਿੱਚ ਪੁੱਤ ਦੀ ਦਾਤ ਪ੍ਰਮਾਤਮਾ ਸਾਨੂੰ ਦੇ ਦੇਵੇ ਨਾ, ਤੇ ਆਪਾਂ ਕਹਿੰਦੇ ਆ ਬਹੁਤ ਵੱਡੀ ਖੁਸ਼ੀ ਦੇ ਦਿੱਤੀ ਰੱਬ ਨੇ। ਕਿਸੇ ਨੂੰ ਮਾਇਆ ਦੇ ਖੁੱਲੇ ਗੱਫੇ ਮਿਲ ਗਏ, ਕਿਸੇ ਦੇ ਕਾਰੋਬਾਰ ਸੈਟਲ ਹੋ ਗਏ, ਕਿਸੇ ਦੇ ਬੱਚੇ ਚੰਗੇ ਪੜ੍ਹ ਲਿਖ ਕੇ ਜੌਬ ਦੇ ਉੱਤੇ ਲੱਗ ਗਏ, ਤੇ ਆਪਾਂ ਕਈ ਵਾਰੀ ਕਹਿ ਦਿੰਦੇ ਆ ਕਿ ਫਲਾਣੇ ਪਰਿਵਾਰ ਦੇ ਉੱਤੇ ਤੇ ਗੁਰੂ ਪਾਤਸ਼ਾਹ ਜੀ ਦੀ ਬਹੁਤ ਵੱਡੀ ਖੁਸ਼ੀ ਹੈ। ਉਹਨਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਗੁਰਮੁਖੋ ਜੇ ਤਕੜੀ ਹੋਵੇ 5 ਕਿਲੋ ਸੌਦਾ ਤੋਲਣ ਵਾਲੀ, ਉਹ 10 ਕਿਲੋ ਨਹੀਂ ਤੋਲ ਸਕਦੀ। ਜੇ ਤਕੜੀ ਹੋਵੇ 20 ਕਿਲੋ ਤੋਲਣ ਵਾਲੀ, ਤੇ ਉਹਦੇ ਵਿੱਚ ਆਪਾਂ ਕੁਆਂਟਲ ਭਾਰ ਪਾ ਦਈਏ, ਉਹਨੇ ਭਾਰ ਤੇ ਕੀ ਤੋਲਣਾ, ਭਾਰ ਦੇ ਥੱਲੇ ਦਬ ਜਾਣਾ। ਸਾਡੀ ਜਿਹੜੀ ਸੋਚ ਦੀ ਤਕੜੀ ਹੈ ਨਾ, ਉਹ ਇੱਥੋਂ ਤੱਕ ਹੀ ਸੀਮਤ ਹੈ। ਪੁੱਤਰ ਮਿਲ ਗਿਆ, ਬੱਚੇ ਪੜ੍ਹ ਲਿਖ ਕੇ ਮਾਇਆ ਮਿਲ ਗਈ, ਇਸ ਤੋਂ ਵੱਡੀ ਸ਼ਾਇਦ ਕੋਈ ਖੁਸ਼ੀ ਨਹੀਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਪਰਮਾਤਮਾ ਦੀ ਖੁਸ਼ੀ ਤੇ ਇੰਨੀ ਵੱਡੀ ਹੈ ਜਿਹਨੂੰ ਕੋਈ ਤੋਲ ਨਹੀਂ ਸਕਦਾ। ਤੇ ਉਹਦੀ ਖੁਸ਼ੀ ਦੀ ਨਿਸ਼ਾਨੀ ਕੀ ਹੈ? ਸਾਹਿਬ ਜੀ ਕਹਿੰਦੇ ਨੇ, ਜਾ ਤੂੰ ਤੁਸ ਹੈ ਮਿਹਰਬਾਨ, ਇਹ ਮੇਰਾ ਦੇ ਸਾਈਆਂ, ਜੇ ਤੂੰ ਖੁਸ਼ ਹੋ ਜਾਵੇਂ ਤੇ ਕੀ ਕਰਦਾ, ਕੀ ਬਖਸ਼ਦਾ? ਅਚਿੰਤ ਵਸਹਿ ਮਨ ਮਾਹੇ, ਅਸ਼ੋਕਲੇ ਜੇ ਆ ਕੇ ਦੱਬੇ ਪੈਰੀ ਆ ਕੇ ਤੂੰ ਆਪਣੇ ਪਿਆਰੇ ਦੇ ਹਿਰਦੇ ਵਿੱਚ ਪਿਆਰ ਦੀਆਂ ਤਾਰਾਂ ਛੇੜ ਦੇਣਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਦੇ ਡੁੰਗਾਈ ਵਿੱਚ ਜਾ ਕੇ ਆਪਾਂ ਵਿਚਾਰ ਕਰੀਏ ਗੁਰੂ, ਹੋ ਸਕਦਾ 24 ਘੰਟਿਆਂ ਦੇ ਸਮੇਂ ਵਿੱਚ ਕਦੇ ਇਸ ਤਰ੍ਹਾਂ ਦਾ ਵੇਲਾ ਆਵੇ ਜਦੋਂ ਆਪਾਂ ਪਾਠ ਕਰਨ ਦਾ ਯਤਨ ਕਰਦੇ ਹਾਂ, ਨਿਤਨੇਮ ਵਿੱਚ ਬੈਠਣ ਦਾ ਯਤਨ ਕਰਦੇ ਹਾਂ, ਪਰ ਸਾਡਾ ਮਨ ਨਹੀਂ ਲੱਗਦਾ, ਧਿਆਨ ਨਹੀਂ ਜੁੜਦਾ। ਪਰ ਕਦੇ ਇਸ ਤਰ੍ਹਾਂ ਦਾ ਪਲ ਉਹਨਾਂ 24 ਘੰਟਿਆਂ ਦੇ ਵਿੱਚ ਆ ਜਾਏਗਾ ਜਦੋਂ ਤੁਹਾਨੂੰ ਚਿੱਤ ਚੇਤੇ ਵੀ ਨਹੀਂ ਹੁੰਦਾ ਤੇ ਤੁਹਾਡੀ ਰਸਨਾ ਵਾਹਿਗੁਰੂ ਵਾਹਿਗੁਰੂ ਬੋਲਣ ਲੱਗ ਜਾਂਦੀ ਹੈ। ਉਹ ਪਲ ਕੈਸਾ ਹੈ? ਜਦੋਂ ਗੁਰੂ ਸਾਹਿਬ ਜੀ ਆਏ ਨੇ ਤੇ ਆ ਕੇ ਦਿਲ ਦੀਆਂ ਤਰਬਾਂ ਨੂੰ ਉਹਨਾਂ ਨੇ ਹਿਲਾ ਦਿੱਤਾ ਹੈ। ਚੇਤੇ ਕਰਾ ਰਹੇ ਨੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਜਾਂ ਤੂੰ ਤੁਸ ਹੈ ਮਿਹਰਬਾਨ, ਜੇ ਤੂੰ ਖੁਸ਼ ਹੋ ਜਾਵੇਂ, ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਕਈ ਵਾਰੀ ਸੇਵਾ ਕਰਨ ਵਾਲੇ ਖਾਲੀ ਵੀ ਰਹਿ ਜਾਂਦੇ ਗੁਰਮੁਖੋ। ਜੇ ਆਪਾਂ ਸੋਚੀਏ ਨਾ ਕਿ ਰੱਬ ਘਾਲਣਾ ਘਾਲ ਕੇ ਮਿਲ ਜਾਂਦਾ, ਨਹੀਂ। ਤਾਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਸਾਨੂੰ ਇਹ ਗੱਲ ਸਮਝਾਈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਰਬੰਨ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਨਜ਼ਰ ਨਾਲ ਮਿਲਦਾ, ਘਾਲਣਾ ਨਾਲ ਨਹੀਂ ਮਿਲਦਾ। ਗੁਰੂ ਉਹਦੀ ਨਜ਼ਰ ਲੈਣ ਵਾਸਤੇ ਗੁਰਸਿੱਖ ਨੇ ਮਸਕਤ ਕਰਨੀ ਜ਼ਰੂਰ ਹੈ, ਘਾਲਣਾ ਘਾਲਣੀ ਜ਼ਰੂਰ ਹੈ, ਪਰ ਅਰਦਾਸ ਇੱਕੋ ਹੀ ਕਰਨੀ ਹੈ, ਸੱਚੇ ਪਾਤਸ਼ਾਹ ਕਦੋਂ ਭਾਗਾਂ ਵਾਲੀ ਘੜੀ ਆਏਗੀ ਜਦੋਂ ਤੂੰ ਮਿਹਰ ਭਰੀ ਨਿਗਾਹ ਦੇ ਨਾਲ ਮੇਰੇ ਵੱਲ ਤੱਕ ਲਵੇਂਗਾ
ਤੇ ਗੁਰੂ ਦੀ ਮਿਹਰ ਦੀ ਤੱਕਣੀ ਐਸੀ ਤੱਕਣੀ ਹੋਇਆ ਕਰਦੀ ਹੈ ਗੁਰਮੁਖੋ, ਜਿਹੜੀ ਇੱਕ ਪਲ ਦੇ ਵਿੱਚ ਸਾਨੂੰ ਸੰਤ ਬਣਾ ਸਕਦੀ ਹੈ, ਬ੍ਰਹਮ ਦਾ ਗਿਆਨ ਦੇ ਸਕਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ, ਜਾਂ ਤੁਮ ਤੁਸਹਿ ਮਿਹਰਬਾਨ ਅਚਿੰਤ ਵਸਹਿ ਮਨ ਮਾਹੇ, ਜਾਂ ਤੁਮ ਤੁਸਹਿ ਮਿਹਰਬਾਨ ਨੌ ਨਿਧ ਘਰ ਮੈਂ ਪਾਹੇ। ਨੌ ਨਿਧੀਆਂ ਦਾ ਖਜ਼ਾਨਾ ਪਰਮਾਤਮਾ ਦਾ ਨਾਮ ਹਿਰਦੇ ਰੂਪੀ ਘਰ ਦੇ ਵਿੱਚੋਂ ਹੀ ਸੁਣਾਈ ਦੇਣ ਲੱਗ ਜਾਂਦਾ ਹੈ। ਇਹ ਮੇਰਾ ਦੇ ਦਾਤਿਆ ਜਦੋਂ ਤੂੰ ਖੁਸ਼ ਹੋ ਜਾਵੇਂ, ਜਾਂ ਤੁਮ ਤੁਸਹਿ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ। ਆਪਾਂ ਦੁਨਿਆਵੀ ਤੌਰ ਤੇ ਦਿਨ ਰਾਤ ਕਮਾਈਆਂ ਕਰਦੇ ਆਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, हे ਮੇਰੇ ਪ੍ਰੀਤਮਾ, ਜਦੋਂ ਤੂੰ ਮਿਹਰ ਦੇ ਘਰ ਵਿੱਚ ਆ ਜਾਏ ਤੇ ਗੁਰੂ ਦਾ ਬਚਨ, ਗੁਰੂ ਦਾ ਹੁਕਮ, ਗੁਰੂ ਦਾ ਉਪਦੇਸ਼ ਕਮਾਉਣ ਦੀ ਜਾਚ ਆ ਜਾਂਦੀ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਤੇ ਅਖੀਰਲੀ ਪੰਕਤੀ ਬੜੇ ਕਮਾਲ ਦੀ ਹੈ। ਅਸਲ ਵਿੱਚ ਹੁਕਮ ਨੂੰ ਕਮਾਉਣ ਵਾਲੇ ਹੀ ਸੱਚ ਵਿੱਚ ਸਮਾਉਂਦੇ ਆ। ਹੁਕਮੀ ਤੇ ਹੁਕਮ ਵਿੱਚ ਘਾਲਣ ਵਾਲੇ ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ, ਉਹ ਪਰ ਇੱਕ ਦਿਨ ਸੱਚ ਦਾ ਰੂਪ ਬਣ ਜਾਂਦੇ ਨੇ। ਜਾਂ ਤੁਮ ਤੁਸਹਿ ਮਿਹਰਬਾਨ ਤਾਂ ਨਾਨਕ ਸੱਚ ਸਮਾਹੇ। ਉਹ ਸਦੀਵੀ ਤੌਰ ਤੇ ਸਦੀਵੀ ਮਿਲਾਪ ਨੂੰ ਹਾਸਲ ਕਰ ਲੈਂਦੇ ਨੇ, ਜਿਹਦੇ ਵਿੱਚ ਦੁਬਾਰਾ ਵਿਛੋੜੇ ਦੀ ਗੁੰਜਾਇਸ਼ ਨਹੀਂ ਰਹਿੰਦੀ। ਧੰਨ ਧੰਨ ਬਾਬਾ ਬੁੱਢਾ ਜੀ ਅੱਜ ਬੀੜ ਸਾਹਿਬ ਦੇ ਸਥਾਨ ਤੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਨੇਹਾ ਭੇਜ ਕੇ ਬੁਲਾ ਲਿਆ, ਆਗਿਆ ਕੀਤੀ, ਅਸੀਂ ਰਾਮਸਰ ਸਾਹਿਬ ਦੇ ਸਥਾਨ ਤੇ ਵਿਰਾਜਮਾਨ ਹੋ ਕੇ ਗੁਰਬਾਣੀ ਲਿਖਣ ਦਾ ਕਾਰਜ ਕਰਨਾ ਹੈ, ਤੇ ਤੁਸੀਂ ਹਰਮੰਦਰ ਸਾਹਿਬ ਦੇ ਅੰਦਰ ਵਿਰਾਜ ਕੇ ਸੰਗਤਾਂ ਨੂੰ ਗੁਰੂ ਨਾਨਕ ਦੇ ਘਰ ਦੇ ਉਪਦੇਸ਼ ਨਾਲ ਜੋੜੋ, ਸੱਚ ਦਾ ਪੱਲਾ ਫੜਾਓ। ਧੰਨ ਬਾਬਾ ਬੁੱਢਾ ਜੀ ਵਿਸਮਾਦ ਦੀ ਅਵਸਥਾ ਵਿੱਚ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਲਿਜਾ ਕੇ ਹਰਮੰਦਰ ਸਾਹਿਬ ਉਹਨਾਂ ਨੂੰ ਬਿਠਾ ਕੇ ਆਏ, ਤੇ ਗੁਰਮੁਖੋ ਉਹ ਸਮਾਂ ਸ਼ੁਰੂ ਹੋ ਗਿਆ। ਜਿਵੇਂ ਅੱਜ ਆਪਾਂ ਦੁਨੀਆ ਦੀਆਂ ਖਬਰਾਂ ਪੜ੍ਹਦੇ ਆ ਨਾ, ਜਦੋਂ ਵਿਸ਼ਵ ਦੇ ਵਿੱਚ ਕੋਈ ਭਾਰੀ ਵਿਪਤਾ ਆਉਣੀ ਹੁੰਦੀ ਹੈ, ਸਮੁੱਚੇ ਸੰਸਾਰ ਦੇ ਉੱਤੇ ਕੋਈ ਖਤਰਾ ਮੰਡਰਾਉਣਾ ਹੁੰਦਾ ਹੈ, ਤੇ ਸੰਯੁਕਤ ਰਾਸ਼ਟਰ ਦੇ ਲੋਕ ਸਾਰੀ ਦੁਨੀਆ ਦੇ ਵੱਡੇ ਵੱਡੇ ਪ੍ਰਤੀਨਿਧ ਇੱਕ ਥਾਂ ਤੇ ਇਕੱਠੇ ਹੋ ਕੇ ਮੀਟਿੰਗ ਕਰਦੇ ਆ, ਗੱਲਬਾਤ ਕਰਦੇ ਆ, ਵਿਉਂਤਬੰਦੀ ਕਰਦੇ ਆ ਕਿ ਸੰਸਾਰ ਤੇ ਆਉਣ ਵਾਲੇ ਇਸ ਖਤਰੇ ਨੂੰ ਕਿਵੇਂ ਟਾਲਿਆ ਜਾ ਸਕਦਾ ਹੈ, ਲੋਕਾਂ ਦੀ ਹਿਫਾਜ਼ਤ ਕਿਵੇਂ ਕੀਤੀ ਜਾ ਸਕਦੀ ਹੈ। ਅੱਜ ਦੇਖੋ ਰਾਮਸਰ ਸਾਹਿਬ ਜੀ ਦਾ ਪਵਿੱਤਰ ਸਥਾਨ, ਜਿੱਥੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਚੌਂਕੜਾ ਲਗਾ ਕੇ ਬੈਠੇ ਨੇ। ਭਾਈ ਗੁਰਦਾਸ ਜੀ ਨੇ ਹੱਥ ਵਿੱਚ ਕਲਮ ਫੜ ਲਈ ਹੈ, ਤੇ ਸਮੁੱਚੇ ਸੰਸਾਰ ਦੇ ਵਿੱਚ ਜਿਹੜੀਆਂ ਪ੍ਰਮਾਤਮਾ ਦੇ ਨਾਲ ਅਭੇਦ ਹੋ ਚੁੱਕੀਆਂ ਰੂਹਾਂ ਸੀ, ਉਹਨਾਂ ਦੀ ਬਾਣੀ ਇੱਕ ਥਾਂ ਤੇ ਇਕੱਠੀ ਹੋਣ ਲੱਗੀ ਹੈ। ਕਾਹਦੇ ਵਾਸਤੇ? ਜਿਹੜੀ ਆਵਾਜ਼ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬੁਲੰਦ ਕੀਤੀ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਸਾਰੀ ਦੁਨੀਆ ਦਾ ਭਲਾ ਕਿਵੇਂ ਹੋ ਸਕੇ। ਵਿਕਾਰਾਂ ਦੀ ਭੱਠੀ ਦੇ ਵਿੱਚੋਂ ਸੰਸਾਰ ਨੂੰ ਕੱਢ ਕੇ ਨਿਰੰਕਾਰ ਦੇ ਚਰਨਾਂ ਨਾਲ ਕਿਵੇਂ ਜੋੜਿਆ ਜਾ ਸਕੇ। ਅੱਜ ਭਗਤਾਂ ਨੂੰ, ਭੱਟ ਸਾਹਿਬਾਨਾਂ ਨੂੰ, ਗੁਰੂ ਕੇ ਸਿੱਖਾਂ ਨੂੰ, ਜਿਹੜੇ ਪ੍ਰਮਾਤਮਾ ਨਾਲ ਅਭੇਦ ਹੋ ਚੁੱਕੇ ਨੇ, ਉਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡੀ ਰੂਹ ਦੀ ਭੁੱਖ ਨੂੰ ਮਿਟਾਉਣ ਵਾਲਾ ਇੱਕ ਖਜ਼ਾਨਾ ਤਿਆਰ ਕਰਕੇ ਸਾਡੇ ਅੱਗੇ ਪਰੋਸਣਾ। ਬਾਬਾ ਬੁੱਢਾ ਜੀ ਸੰਤਾਂ ਨੂੰ ਹਰਮੰਦਰ ਵਿੱਚ ਜੋੜ ਰਹੇ ਨੇ।
ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਰਾਮਸਰ ਦੇ ਸਥਾਨ ਤੇ ਬਹੁਤਾ ਸਮਾਂ ਗੁਜ਼ਾਰ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਲਿਖਾਉਂਦੇ ਆ। ਅੱਜ ਭਾਗਾਂ ਵਾਲਾ ਦਿਨ ਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਆਪਣੇ ਪਾਸ ਬੁਲਾਇਆ। ਅੱਜ ਸ਼ਾਮ ਦਾ ਜਿਹੜਾ ਵੇਲਾ ਨਾ, ਉਸ ਵਕਤ ਤੁਸੀਂ ਸਾਡੇ ਪਾਸ ਆ ਜਾਣਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀ ਸੰਪੂਰਨਤਾ ਹੋ ਗਈ ਹੈ। ਤੇ ਗੁਰਮਖੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਲਿਖਿਆ ਕਿ ਜਿਸ ਦਿਨ ਰਾਮਸਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਲਿਖੇ ਗਏ, ਸੰਪਾਦਿਤ ਹੋ ਗਏ, ਉਸ ਰਾਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਲੰਘਦੇ ਸਨ ਤੇ ਬਾਕੀ ਸਾਰੀ ਸੰਗਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਤ ਜ਼ਮੀਨ ਦੇ ਉੱਤੇ ਲੇਟੀ। ਉਸ ਰਾਤ ਨੂੰ ਕੋਈ ਵੀ ਪਲੰਘ ਦੇ ਉੱਤੇ ਵਿਰਾਜਮਾਨ ਨਹੀਂ ਹੋਇਆ। ਭਾਈ ਗੁਰਦਾਸ ਜੀ ਦੇ ਬਚਨ ਨੇ, ਭੂਮ ਸੈਨ ਸਭ ਤਾਹਾਂ ਬਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਸਾਜੇ। ਸਾਰੀਆਂ ਸੰਗਤਾਂ ਭੂਮੀ ਤੇ ਜ਼ਮੀਨ ਦੇ ਉੱਤੇ ਸੁੱਤੀਆਂ। ਬਾਬਾ ਬੁੱਢਾ ਜੀ ਵੀ ਆਰਾਮ ਵਸ ਹੋਏ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਾਗ ਰਹੇ ਨੇ। ਇੱਕ ਵਿਚਾਰ ਉਹਨਾਂ ਦੇ ਮਨ ਵਿੱਚ ਚੱਲ ਰਹੀ ਹੈ। ਇਹ ਭਗਤਾਂ ਦੀ ਬਾਣੀ, ਇਹ ਨਿਰੰਕਾਰ ਦੀ ਇਕਾਲੀ ਤੇ ਇਲਾਹੀ ਬਾਣੀ ਜਿਹੜੀ ਘਰੋਂ ਆਈ ਹੈ ਜਗਤ ਜਲੰਦੇ ਨੂੰ ਠਾਰਨ ਵਾਸਤੇ, ਇਹ ਜਿਹੜਾ ਗ੍ਰੰਥ ਤਿਆਰ ਹੋਇਆ ਹੈ, ਇਸ ਗ੍ਰੰਥ ਦਾ ਗ੍ਰੰਥੀ ਕਿਹਨੂੰ ਥਾਪਿਆ ਜਾਏ। ਇਹ ਵਿਚਾਰ ਸਾਹਿਬ ਜੀ ਦੇ ਮਨ 'ਚ ਚੱਲ ਰਹੀ ਹੈ। ਤੇ ਵਿਚਾਰਦਿਆਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਸਾਹਮਣੇ ਜ਼ਮੀਨ ਤੇ ਆਸਣ ਵਿਛਾ ਕੇ 98 ਸਾਲ ਦਾ ਬਜ਼ੁਰਗ ਬਾਬਾ, ਦਾੜੇ ਦਾ ਇੱਕ ਇੱਕ ਕੇਸ ਚਿੱਟਾ ਹੋ ਗਿਆ ਹੈ, ਮੱਥੇ ਦਾ ਜਲਾਲ ਝੱਲਿਆ ਨਹੀਂ ਜਾ ਰਿਹਾ, ਉਹਦੇ ਵੱਲ ਨਿਗਾਹ ਗਈ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਕਰਕੇ ਸ਼ੁਕਰਾਨਾ ਕੀਤਾ, ਮਾਲਕਾ ਜੇ ਗੁਰੂ ਕੁਲ ਦੇ ਵਿੱਚੋਂ ਮੈਂ ਕਿਸੇ ਨੂੰ ਗ੍ਰੰਥੀ ਬਣਾ ਦਿੰਦਾ ਤੇ ਹੋ ਸਕਦਾ ਕੱਲ ਨੂੰ ਹੰਕਾਰੀ ਹੋ ਕੇ ਕਹਿੰਦੇ ਤੇ ਸਾਡੇ ਪਿਤਾ ਪਤਾਮਾ ਦੀ ਬਾਣੀ ਹੈ, ਇਹਦੇ ਤੇ ਸਾਡਾ ਹੱਕ ਹੈ ਕੇਵਲ। ਪਰ ਸੱਚੇ ਪਾਤਸ਼ਾਹ ਜੀ ਕੱਲ ਨੂੰ ਇਸ ਗ੍ਰੰਥ ਦਾ ਗ੍ਰੰਥੀ ਮੈਂ ਉਸ ਸ਼ਖਸੀਅਤ ਨੂੰ ਥਾਪਾਂਗਾ ਜਿਨਨੇ 4 ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ ਹੈ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ 2 ਵਾਰੀ ਘੁੱਟ ਕੇ ਜਿਹਨੂੰ ਆਪਣੇ ਸੀਨੇ ਦੇ ਨਾਲ ਲਾਇਆ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। 4 ਗੁਰੂ ਕੀ ਸੇਵਾ ਕਰੀ ਪਾਇਓ ਪਰਮ ਨਿਧਾਨ। ਬਾਬਾ ਬੁੱਢਾ ਜੀ 4 ਗੁਰੂ ਸਾਹਿਬਾਂ ਦੀ ਸੇਵਾ ਵਿੱਚ ਰਹੇ। ਪਰਮ ਨਿਧਾਨ ਦਾ ਭਾਵ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਜਿਨ੍ਹਾਂ ਨੇ ਹਿਰਦੇ ਵਿੱਚ ਜਮਾ ਕੀਤਾ। ਸੇਵਕ ਕੀ ਇਹ ਵਤ ਹੈ, ਸ੍ਰੀ ਮੁਖ ਕੀਓ ਵਖਾਨ। ਇਹ ਵਸਤੂ, ਇਹ ਜਿਹੜੀ ਗ੍ਰੰਥੀ ਦੀ ਪਦਵੀ ਹੈ, ਇਹ ਸੇਵਕ ਨੂੰ ਮਿਲਣੀ ਚਾਹੀਦੀ ਹੈ। ਤੇ ਗੁਰਮੁਖੋ ਉਸ ਰਾਤ ਧੰਨ ਬਾਬਾ ਬੁੱਢਾ ਜੀ ਦੀ ਇਤਿਹਾਸ ਕਹਿੰਦਾ ਹੈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਲਾਹ ਲਈ ਹੈ, ਬਾਬਾ ਜੀ ਇਹ ਜਿਹੜੇ ਗ੍ਰੰਥ ਸਾਹਿਬ ਜੀ ਤਿਆਰ ਹੋਏ ਨੇ, ਇਹਨਾਂ ਦਾ ਨਿਵਾਸ ਕਿੱਥੇ ਕੀਤਾ ਜਾਏ, ਕਿਹੜੀ ਯੋਗ ਥਾਂ ਹੈ। ਤੇ ਉਸ ਸਮੇਂ ਇੱਕਦਮ ਉਹ ਗੁਰਸਿੱਖ ਜਿਹਦੇ ਹਿਰਦੇ ਵਿੱਚ ਗੁਰੂ ਬੋਲ ਰਿਹਾ ਸੀ, ਹੱਥ ਜੋੜ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਦਾ, ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਨਾ ਹੈ। ਇਹਨਾਂ ਵਾਸਤੇ ਇੱਕੋ ਇੱਕ ਯੋਗ ਸਥਾਨ ਹੈ ਹਰਮੰਦਰ ਸਾਹਿਬ। ਆਪ ਜੀ ਕਿਰਪਾ ਕਰੋ ਹਰਮੰਦਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰ ਦਿੱਤਾ ਜਾਵੇ। ਤੇ ਹਕੀਕਤ ਹੈ ਗੁਰਮੁਖੋ, ਅੱਜ ਵੀ ਆਪਾਂ ਜਾਤਾਂ ਪਾਤਾਂ ਦੀਆਂ ਦੀਵਾਰਾਂ ਨੂੰ ਲੈ ਕੇ ਬੈਠੇ ਹਾਂ। ਜਿੱਥੇ ਹਰਮੰਦਰ ਦੇ ਅੰਦਰ ਮੇਰੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬੈਠ ਕੇ ਇਹ ਸ਼ਬਦ ਗਾਉਣੇ ਨੇ,
जैसी में आवे खसम की बाणी तैसड़ा करी ज्ञान वेला। जिथे गुरु अंगद देव सच्चे पातशाह जी ने कहना है, जो सिर साईं ना निवे सो सिर दीजे डार। जिथे गुरु अमरदास सच्चे पातशाह जी ने बैठ के आवाजां देनी है, आप हो सिख सतगुरु के प्यारे हो गावो सच्ची बाणी। जिथे गुरु रामदास सच्चे पातशाह जी ने चौकड़ा ला के कहना है, गुरसिखा की हर धूड़ दे हम पापी भीगत पाहे। जिथे गुरु अर्जन देव सच्चे पातशाह जी ने कहना है, गुर पूरा कृपा धारी प्रभु पूरी लोच हमारी। उथे भगत नामदेव जी ने भी चौकड़ा मार के कहना, दुनिया दे लोगो देखो, एक पासे हो मंदिर, जदों मैं मंदिर विच नाम जपण लई कीर्तन करन लई गया ते हंकारी लोकां ने मैनूं धक्के मार के मंदिर विचों बाहर कढ दिता। एक पासे आ हरी दा मंदिर, एक पासे लोकां ने धक्के मारे। अज गुरु अर्जन देव सच्चे पातशाह जी ने मैनूं हरमंदिर साहिब दे विच बिठा दिता। सारी संगत बोलो सतनाम श्री वाहिगुरू। आपां बाणी पढ़दे हां, ज्यों-ज्यों नामा हर गुण उचरै, भगत जना को देहरा फिरै। हस्त खेल तेरे देहरे आया, भगत करत नामा पकड़ उठाया। हिंदड़ी जात मेरी जात मराया, छीपे के जन्म काहे को आया। लै कमली चलियो पलटाए, देहरे पासे बैठा जाए। ज्यों-ज्यों नामा हर गुण उचरै, भगत जना को देहरा फिरै। इत्थे अज भगत कबीर जी नूं बिठाउणा है, जिन्हां नूं भगती करन दा हक नहीं सी समाज दे रहे। इत्थे सैन भगत जी वर्गियां ने बैठना है, ਜਿਹੜੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੀ ਮੁੱਠੀ ਚਾਪੀ ਕਰਦੇ ਸੀ। ਤੇ ਗੁਰਮੁਖੋ ਹਕੀਕਤ ਹੈ, ਜਿਹੜੇ ਭਗਤ ਬਾਣੀ ਦਾ ਰੂਪ ਹੋ ਗਏ ਸੀ, ਸ਼ਬਦ ਦਾ ਰੂਪ ਹੋ ਗਏ ਸੀ, ਅੱਜ ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਲਿਪਟ ਕੇ ਗਾ ਰਹੇ ਹਨ। ਭਗਤ ਰਵਿਦਾਸ ਜੀ ਦਾ ਸ਼ਬਦ ਆਉਂਦਾ ਨਾ, ਆਪਾਂ ਸਾਰੇ ਪੜ੍ਹਦੇ ਹਾਂ। आओ सारे रल के गा लीए। साडियां सुरतियां बिरतियां एक बारी पूर्ण रूप दे विच गुरु ग्रंथ साहिब सच्चे पातशाह जी दे चरणां नाल जुड़ जाण। इड्डा महान कारज, इड्डा वड्डा परोपकार गुरु अर्जन देव सच्चे पातशाह जी ने कीता। ओ भगत जन जिन्हां नूं समाज ने भंडिया, लताड़न दा यतन कीता, अज उन्हां सच्चियां ते सुच्चियां आत्मावां दे विचों एक बारी कीर्तन दे रूप विच बोल निकलदे हो। सारियां संगतां पढ़िओ प्रेम नाल। ऐसी लाल तुझ बिन कौन करे, ऐसी लाल तुझ बिन कौन करे। बोलो जय लाल
लाल तुझ बिन कौन करे गरीब नवाज गुसैया मेरा माथै छतर धरै। मेरे मालका तेरे तो बगैर निमाणिया ते नताणिया नूं इन्ना प्यार कौन कर सकदा है। तेरे जिन्ना लाड कौन लड़ा सकदा है। जिन्हां नूं ब्राह्मणवादी सोच ने मंदिरां चों धक्के मारे तू उन्हां नूं हरमंदिर साहिब दे अंदर बिठा के ते समूची लुकाई नूं कह दिता कि आओ इन्हां जुड़िया होयां दे चरनां विच आके सीस झुकाओ। बोले रात बतीत हुई, अमृत वेला शुरू होया, संगतां उठियां, इशनान कीते ते बाबा बुढ़ा साहब जी दा जीवन जदों आपां पढ़दे हां ना गुरमुख दास जेहड़ी पिछले दिनां तो विचार लेके आ रहा, ये भाई साहब भाई मनी सिंह जी होरां दी लिखत गुरसिखां दी भगत माला दे आधारित विचार चल रही है। धन बाबा बुढ़ा जी ना कदे भी दीवार विच अगे नहीं सी बहिंदे, हमेशा पिछे जाके संगत विच बैठ जाना, ये उन्हां दा सुभाव सी। ते दास ने सिੱਖੀ दे अनमोल हीरे भाई पिंदरपाल सिंह जी होरां दी मुख तो एक बारी बचन सुनिया सी। वो कहते बाबा बुढ़ा जी पिछे नहीं सी बैठते, बल्कि पिछे बैठ के गुरु नानक दे दरबार दी चौबदारी करते होंदे सन, क्योंकि उन्हां दा मन गुरमत दे रंग च रंगिया सी ते पिछे बैठ के चौबदारी करते सी, ध्यान रखते सी मेरे गुरु नानक दे घर विच गुरु दी मत तो बिना कोई दूजी गल ना आके वड़ जाए, इत्थे किसी तरह की ब्राह्मणी सोच ना आ जाए, इत्थे किसी तरह की बंडियां पाउण वाली सोच ना आ जाए। ते देखो धन बाबा बुढ़ा जी दा जीवन, जे गुरु जी गुप्त हुंदे ने ते लभण वाला बाबा बुढ़ा कदे गुरु दे दरवाजे ते रात नूं जाग के पहरेदारी करदे ने ते कदे संगत विच पिछे बैठ के चौबदारी करदे ने। अज पिछे बैठे संगत विच धन गुरु अर्जन देव सच्चा पातशाह जी ने आवाज दे के बुलाया, बाबा बुढ़ा जी हुण पिछे नहीं, उठ के अगे आओ। किस तरह दा समा होएगा। धन बाबा बुढ़ा जी धीमे कदमां दे नाल चल के अगे पहुंचे, संगतां तैयारी विच ने, मन खिड़े हुए ने गुरसिखां दे। अज पहली बारी सचखंड श्री हरमंदिर साहिब वल गुरु ग्रंथ साहिब सच्चे पातशाह जी दे स्वरूप रवाना होणगे ते संगतां सोचदियां इन्ना